सो स्वागत करते हैं जी एक बार फिर आप सब का अज के इस रिलीजियस सैगमेंट में एक नवी सीरीज़ शुरू करने जा रहे हैं जी जिस कि जिस तरह सानू पता है कि रहत मर्यादा में हर सिख को यह उपदेश मिलता है कि उसने पाठ करना है, बाणी पढ़नी है, पर हर एक सिख को यह भी कहा गया है कि रात सौन तो पहला सोहला साहब का पाठ जरूर किया जाए। सोहला साहब में गुरु साहब सानू की उपदेश कर रहे हैं, आओ इस संबंध में जानकारी लेने भाई साहब भाई बलजीत सिंह तलवंत तो। जी हाँ जी भाई साहब, वाहिगुरू जी का खालसा वाहिगुरू जी की फतेह। जी भाई साहब, सो ये पाठ जोड़ा है जी असी हर रोज़ करना, तो कहा जाए तो सब तो छोटा पाठ है, पर गुरु साहब ने कहा नहीं, रहत मर्यादा सानू यही कहा गया कि नहीं सौन तो पहला तुसीं जरूर ये पाठ करो। क्यों इसकी अहमियत तुसीं समझदे हो कि सौन तो पहला सानू कहा गया कि पढ़ना चाहिए? सिख रहत मर्यादा मुताबक हर सिख नूं नितनेम दीआं बाणीआं पढ़न दा हुक्म कीता गया जी। भी जिवें आपां सवेरे पढ़दे हैं अमृत वेले जप जी जाप सवैये चौपाई ते आनंद साहब जी, ਅਤੇ ਇਸੇ ਤਰ੍ਹਾਂ ਸ਼ਾਮ ਨੂੰ ਆਪਾਂ ਪੜ੍ਹਦੇ ਹਾਂ ਰਹਿਰਾਸ ਜੀ। ਤੇ ਸੌਣ ਵੇਲੇ ਹੁਕਮ ਕੀਤਾ ਗਿਆ ਹੈ ਕਿ ਗੁਰੂ ਕੇ ਸਿੱਖ ਨੇ ਸੌਣ ਤੋਂ ਪਹਿਲਾਂ ਸੋਹਿਲਾ ਸਾਹਿਬ ਬਾਣੀ ਦਾ ਜਾਪ ਕਰਕੇ ਫਿਰ ਸੌਣਾ। ਹੁਣ ਇਹ ਜੋ ਬਾਣੀ ਹੈ ਜਿਵੇਂ ਬਾਕੀ ਬਾਣੀਆਂ ਵੀ ਆਪਾਂ ਵਿਚਾਰਦੇ ਹਾਂ ਉਸੇ ਤਰ੍ਹਾਂ ਹੀ ਇਸ ਬਾਣੀ ਦੇ ਅੰਦਰ ਵੀ ਗੁਰੂ ਸਾਹਿਬ ਨੇ ਬਹੁਤ ਗੋਹਜ ਗੱਲਾਂ ਜਿਹੜੀਆਂ ਨੇ ਉਹ ਸਾਡੇ ਸਾਹਮਣੇ ਰੱਖੀਆਂ ਨੇ ਜੀ। ਬਸ ਗੱਲ ਹੈ ਸਿਰਫ ਇਹਨਾਂ ਨੂੰ ਸਮਝਣ ਦੀ। ਗੁਰੂ ਸਾਹਿਬ ਇਸ ਬਾਣੀ ਦੇ ਅੰਦਰ ਸਾਨੂੰ ਇੱਕ ਜੀਵਨ ਜਾਚ ਇੱਕ ਨਵੇਂ ਤਰੀਕੇ ਦੇ ਨਾਲ ਸਾਨੂੰ ਸਮਝਾਉਂਦੇ ਨੇ ਜੀ। ਜਿਵੇਂ ਇਸ ਬਾਣੀ ਦਾ ਨਾਮ ਸੋਹਿਲਾ ਹੈ। ਹੁਣ ਵੇਖੋ ਕਮਾਲ ਦੀ ਗੱਲ ਹੈ, ਇਹ ਬਾਣੀ ਸਿੱਖ ਸੌਣ ਤੋਂ ਪਹਿਲਾਂ ਪੜ੍ਹਦਾ ਜੀ, ਅਤੇ ਜਦੋਂ ਕੋਈ ਪ੍ਰਾਣੀ ਅਕਾਲ ਚਲਾਣਾ ਕਰ ਜਾਂਦਾ ਉਸ ਵੇਲੇ ਵੀ ਇਹ ਬਾਣੀ ਇਸ ਬਾਣੀ ਦਾ ਗਾਇਨ ਕੀਤਾ ਜਾਂਦਾ ਜੀ। ਹੁਣ ਇੱਕ ਤੇ ਇਸ ਬਾਣੀ ਨੂੰ ਗਾਇਆ ਜਾਂਦਾ ਹੈ ਸੌਣ ਤੋਂ ਪਹਿਲਾਂ, ਤੇ ਦੂਸਰੀ ਵੇਰਾ ਉਸ ਵੇਲੇ ਗਾਇਆ ਜਾਂਦਾ ਜਦੋਂ ਕੋਈ ਪ੍ਰਾਣੀ ਚੜ੍ਹਾਈ ਕਰ ਜਾਂਦਾ ਉਸ ਨੂੰ ਸੰਸਕਾਰ ਕਰਨ ਤੋਂ ਬਾਅਦ ਉਸ ਵੇਲੇ ਇਸ ਬਾਣੀ ਦਾ ਜਾਪ ਕੀਤਾ ਜਾਂਦਾ ਹੈ। ਹੁਣ ਇਸ ਜਦ ਕਿ ਇਸ ਬਾਣੀ ਦਾ ਅਰਥ ਹੈ ਖੁਸ਼ੀ ਦਾ ਗੀਤ। ਇਹ ਅਜੀਬ ਗੱਲ ਹੈ, ਕਮਾਲ ਦੀ ਗੱਲ ਹੈ ਕਿ ਬਾਣੀ ਦਾ ਨਾਮ ਹੈ ਖੁਸ਼ੀ ਦਾ ਗੀਤ, ਰਾਈਟ, ਸੋਹਿਲਾ ਖੁਸ਼ੀ ਦਾ ਗੀਤ, ਸੁਹਾਗ ਦਾ ਗੀਤ, ਠੀਕ, ਤੇ ਇਹ ਗਾਈ ਜਾਂਦੀ ਹੈ ਉਸ ਵੇਲੇ ਜਦੋਂ ਕੋਈ ਪ੍ਰਾਣੀ ਚੜ੍ਹਾਈ ਕਰ ਜਾਂਦਾ ਜੀ। ਤੇ ਹੁਣ ਜਦੋਂ ਆਪਾਂ ਇਸ ਨੂੰ ਇਸ ਤਰੀਕੇ ਨਾਲ ਵੇਖਦੇ ਹਾਂ ਤਾਂ ਇਸ ਦਾ ਮਤਲਬ ਇਹ ਹੈ ਕਿ ਸਤਿਗੁਰੂ ਜੀ ਇਹਦੇ ਵਿੱਚ ਸਾਨੂੰ ਕੋਈ ਐਸਾ ਗੋਹਜ ਮੈਸੇਜ ਦੇਣਾ ਚਾਹੁੰਦੇ ਨੇ ਜਿਸ ਨੂੰ ਆਪਾਂ ਹਾਲੇ ਤੱਕ ਸਮਝ ਨਹੀਂ ਸਕੇ ਜੀ। ਇਸ ਲਈ ਗੁਰੂ ਸਾਹਿਬ ਜੀ ਨੇ ਇਸ ਬਾਣੀ ਨੂੰ ਪਹਿਲਾਂ ਰਾਤ ਨੂੰ ਗਾਉਣ ਦਾ ਹੁਕਮ ਕੀਤਾ ਕਿ ਇਸ ਗੁਰੂ ਕੇ ਸਿੱਖ ਨੇ ਰਾਤ ਨੂੰ ਸੌਣ ਤੋਂ ਪਹਿਲਾਂ ਇਸ ਨੂੰ ਗਾ ਕੇ ਇਸ ਨੂੰ ਜਾਪ ਕਰਕੇ ਇਹਦਾ ਫਿਰ ਸੌਣਾ ਹੈ ਜੀ। ਸਵੇਰ ਤੋਂ ਇਨਸਾਨ ਆਪਣੇ ਜੀਵਨ ਦੇ ਜੋ ਵੀ ਕਿਰਤਕਾਰ ਹੈ ਉਹ ਕਰਦਾ ਉਸ ਨੂੰ ਹੁਕਮ ਕੀਤਾ ਗਿਆ ਗੁਰੂ ਸਾਹਿਬ ਨੇ ਵੀ ਕਿਰਤ ਕਰਨੀ ਹੈ, ਕਿਰਤ ਕਰਕੇ ਫਿਰ ਆਪਣਾ ਜੀਵਨ ਨਿਰਵਾਹ ਚਲਾਉਣਾ ਹੈ ਜੀ। ਤੇ ਸਵੇਰੇ ਅਸੀਂ ਜਾਪ ਕੀਤਾ ਹੈ ਬਾਣੀਆਂ ਦਾ, ਤੇ ਉਹ ਬਾਣੀਆਂ ਦਾ ਜਾਪ ਕਰਨ ਦਾ ਮਤਲਬ ਹੈ ਕਿ ਪ੍ਰਮਾਤਮਾ ਨੂੰ ਹਰ ਵੇਲੇ ਆਪਣੇ ਚਿੱਤ ਦੇ ਵਿੱਚ ਵਸਾ ਕੇ ਰੱਖਣਾ ਜੀ। ਕਿਰਤ ਕਰਨੀ ਹੈ ਉਸ ਪ੍ਰਮਾਤਮਾ ਦੇ ਉਸ ਵਾਹਿਗੁਰੂ ਦੇ ਨਾਮ ਦੇ ਵਿੱਚ ਭਿੱਜ ਕੇ ਕਿਰਤ ਕਰਨੀ, ਨੇਕ ਕਮਾਈ ਕਰਨੀ, ਚੰਗੀ ਕਿਰਤ ਕਰਨੀ। ਸ਼ਾਮ ਨੂੰ ਹਰ ਇੱਕ ਪ੍ਰਾਣੀ ਚਾਹੇ ਕੋਈ ਵੀ ਹੈ, ਚਾਹੇ ਪਸ਼ੂ ਪੰਛੀ ਆਪਾਂ ਵੇਖਦੇ ਹਾਂ ਕਿ ਉਹ ਸਵੇਰ ਤੋਂ ਆਪਣਾ ਚੋਗਾ ਚੁਗਣ ਵਾਸਤੇ ਜਾਂਦੇ ਨੇ, ਸ਼ਾਮ ਨੂੰ ਆਪੋ ਆਪਣੇ ਆਲਣਿਆਂ ਦੇ ਵਿੱਚ ਆ ਜਾਂਦੇ ਨੇ ਜੀ, ਆਪੋ ਆਪਣੇ ਘਰਿਆਂ ਦੇ ਵਿੱਚ ਆ ਜਾਂਦੇ ਨੇ। ਇਸੇ ਤਰ੍ਹਾਂ ਇਨਸਾਨ ਵੀ ਇਹ ਆਪਣੀ ਰੋਜ਼ੀ ਕਮਾਉਣ ਵਾਸਤੇ ਘਰੋਂ ਜਾਂਦਾ, ਕੋਈ ਸ਼ੌਪ ਤੇ ਚਲਾ ਜਾਂਦਾ, ਕੋਈ ਆਫਿਸ ਵਿੱਚ ਚਲਾ ਜਾਂਦਾ, ਕੋਈ ਖੇਤਾਂ ਵਿੱਚ ਚਲਾ ਜਾਂਦਾ, ਤੇ ਆਖਰ ਨੂੰ ਸ਼ਾਮ ਨੂੰ ਇਨਸਾਨ ਆਪਣੇ ਘਰ ਪਰਤਦਾ ਜੀ। ਤੇ ਉਹ ਘਰ ਪਰਤ ਕੇ ਫਿਰ ਉੱਥੇ ਆ ਕੇ ਰਿਲੈਕਸ ਮਹਿਸੂਸ ਕਰਦਾ ਹੈ, ਆਪਣੇ ਆਪ ਨੂੰ ਖੁਸ਼ ਮਹਿਸੂਸ ਕਰਦਾ ਕਿ ਮੈਂ ਆਪਣੇ ਘਰ ਪਰਤ ਆਇਆ। ਬਿਲਕੁਲ। ਤੇ ਸਤਿਗੁਰੂ ਜੀ ਵੀ ਇਸ ਬਾਣੀ ਦੇ ਅੰਦਰ ਸਾਨੂੰ ਕੁਝ ਇਹੋ ਜਿਹੀਆਂ ਗੱਲਾਂ ਸਮਝਾਉਂਦੇ ਨੇ ਕਿ ਮਨੁੱਖ ਨੂੰ ਇਸ ਗੱਲ ਦੀ ਸਮਝ ਆ ਜਾਏ ਕਿ ਇਸ ਸੰਸਾਰ ਦੇ ਵਿੱਚ ਇਹ ਮਨੁੱਖ ਜਿਹੜਾ ਆਇਆ ਹੈ ਇਹਦਾ ਅਸਲ ਘਰ ਕੀ ਹੈ ਜੀ, ਅਸਲ ਟਿਕਾਣਾ ਕੀ ਹੈ। ਸਤਿਗੁਰੂ ਜੀ ਨੇ ਇਹ ਗੱਲ ਸਪਸ਼ਟ ਗੁਰਬਾਣੀ ਅੰਦਰ ਕਰਕੇ ਸਾਡੇ ਸਾਹਮਣੇ ਰੱਖ ਦਿੱਤੀ। ਕਹਿੰਦੇ ਭਾਈ ਤੇਰਾ ਅਸਲ ਰਹਿਣ ਦਾ ਜਿਹੜਾ ਘਰ ਹੈ ਉਹ ਪ੍ਰਮਾਤਮਾ ਹੈ, ਠੀਕ, ਨਿਰੰਕਾਰ ਤੇਰਾ ਅਸਲ ਘਰ ਹੈ, ਉਹਦੇ ਵਿੱਚ ਤੂੰ ਰਹਿਣਾ। ਇਹ ਸੰਸਾਰ ਜਿਹੜਾ ਹੈ ਇਹ ਕੁਝ ਸਮੇਂ ਵਾਸਤੇ ਹੈ ਜੀ। ਇਸ ਸੰਸਾਰ ਅੰਦਰ ਕੋਈ ਸਥਿਰ ਨਹੀਂ ਹੈ, ਇੱਕ ਨਾ ਇੱਕ ਦਿਨ ਸਾਰਿਆਂ ਨੇ ਇਸ ਸੰਸਾਰ ਤੋਂ ਚਲੇ ਜਾਣਾ ਹੈ ਜੀ। ਸਤਿਗੁਰੂ ਜੀ ਇਹ ਗੱਲ ਸਾਨੂੰ ਇਸ ਬਾਣੀ ਅੰਦਰ ਸਪਸ਼ਟ ਕਰਕੇ ਸਮਝਾਉਂਦੇ ਨੇ, ਅਤੇ ਨਾਲ ਇਹ ਗੱਲ ਵੀ ਸਾਨੂੰ ਦੱਸਦੇ ਨੇ ਕਿ ਜਿਵੇਂ ਹਰ ਇੱਕ ਮਨੁੱਖ ਸ਼ਾਮ ਨੂੰ ਆਪਣੇ ਘਰ ਪਰਤਦਾ ਹੈ, ਇਸੇ ਤਰ੍ਹਾਂ ਹਰ ਇੱਕ ਮਨੁੱਖ ਨੇ ਇੱਕ ਨਾ ਇੱਕ ਦਿਨ ਇੱਥੋਂ ਤੁਰ ਕੇ ਇਸ ਸੰਸਾਰ ਤੋਂ ਨਿਰੰਕਾਰ ਵੱਲ ਨੂੰ ਤੁਰਨਾ ਜੀ। ਤੇ ਸਤਿਗੁਰੂ ਸੋਝੀ ਦਿੰਦੇ ਨੇ, ਕਹਿੰਦੇ ਜਿਵੇਂ ਤੂੰ ਆਪਣੇ ਕੰਮ ਕਰਦਾ ਹੈ ਬੜੇ ਚਾਅ ਦੇ ਨਾਲ, ਉਮਾਹ ਦੇ ਨਾਲ, ਇਸੇ ਤਰ੍ਹਾਂ ਤੂੰ ਸੰਸਾਰ ਦੇ ਅੰਦਰ ਵਿਚਰਨਾ ਹੈ ਜੀ। ਇਸ ਜਗਤ ਦੇ ਅੰਦਰ ਇਸੇ ਤਰ੍ਹਾਂ ਖੁਸ਼ੀ ਖੁਸ਼ੀ ਵਿਚਰਨਾ ਹੈ। ਹਮੇਸ਼ਾ ਤੇਰੇ ਮਨ ਅੰਦਰ ਇੱਕ ਉਮਾਹ, ਇੱਕ ਚਾਅ ਰਵੇ, ਸੋਹਲਾ ਗੀਤ ਰਵੇ ਖੁਸ਼ੀ ਦਾ।
ਇੱਕ ਖੁਸ਼ੀ, ਇੱਕ ਆਨੰਦ ਹਮੇਸ਼ਾ ਤੇਰੇ ਮਨ ਅੰਦਰ ਰਵੇ, ਉਹ ਕਦੇ ਖਤਮ ਨਾ ਹੋਵੇ। ਤੇ ਇਸ ਲਈ ਸਤਿਗੁਰੂ ਜੀ ਇਸ ਬਾਣੀ ਦੇ ਅੰਦਰ ਜੋ ਗੱਲ ਸਪਸ਼ਟ ਕਰਕੇ ਸਮਝਾਉਂਦੇ ਨੇ ਕਿ ਭਾਵੇਂ ਤੇਰੇ ਜੀਵਨ ਦੇ ਵਿੱਚ ਦੁੱਖ ਹੋਵੇ, ਤਕਲੀਫਾਂ ਹੋਣ, ਚਾਹੇ ਜੋ ਮਰਜ਼ੀ ਦੁੱਖ ਸੁੱਖ ਆਵੇ, ਤੇਰਾ ਜੀਵਨ ਇੱਕੋ ਜਿਹਾ ਹੋਵੇ। ਦੁੱਖ ਵਿੱਚ ਵੀ, ਹਾਂਜੀ ਬਿਲਕੁਲ ਸਮਾਨਤਾ, ਕਿ ਦੁੱਖ ਵਿੱਚ ਵੀ ਤੇਰਾ ਮਨ ਡੋਲੇ ਨਾ ਤੇ ਸੁੱਖ ਵਿੱਚ ਵੀ, ਦੋਵਾਂ ਅਵਸਥਾਵਾਂ ਦੇ ਵਿੱਚ ਇੱਕੋ ਜਿਹਾ ਜੀਵਨ ਬਤੀਤ ਕਰੇ। ਇਸ ਲਈ ਇਸ ਬਾਣੀ ਨੂੰ ਅਸੀਂ ਉਸ ਵੇਲੇ ਗਾਉਂਦੇ ਆ ਜਦੋਂ ਕੋਈ ਪ੍ਰਾਣੀ ਅਕਾਲ ਚਲਾਣਾ ਕਰ ਜਾਂਦਾ ਹੈ, ਕਿ ਗੁਰੂ ਕਾ ਸਿੱਖ ਹਰ ਵੇਲੇ ਉਸ ਪ੍ਰਮਾਤਮਾ ਦੇ ਭਾਣੇ ਅੰਦਰ ਜੀਵਨ ਬਤੀਤ ਕਰਦਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਰਸਨਾ ਤੋਂ ਉਚਾਰਨ ਹੋਇਆ ਇਸ 16 ਸਾਹਿਬ ਬਾਣੀ ਦਾ ਪਹਿਲਾ ਬਚਨ। ਇਸ ਦੇ ਅੰਦਰ ਗੁਰੂ ਨਾਨਕ ਸਾਹਿਬ ਜੀ ਨੇ ਸਪਸ਼ਟ ਕਰਕੇ ਸਾਡੇ ਸਾਹਮਣੇ ਇਹ ਗੱਲ ਕੀਤੀ ਜੀ। ਕਹਿੰਦੇ ਭਾਈ ਜਿਹੜਾ ਖੁਸ਼ੀ ਦਾ ਗੀਤ ਹੈ ਉਹ ਗਾਉਣਾ ਕਿਹਦਾ? ਹੁਣ ਇਹ ਕੋਈ ਦੁਨਿਆਵੀ ਗੀਤ ਨਹੀਂ ਹੈ, ਠੀਕ। ਇਹ ਜੋ ਗੀਤ ਹੈ ਇਹ ਉਸ ਪ੍ਰਮਾਤਮਾ ਦਾ ਗੀਤ ਹੈ। ਸਤਿਗੁਰੂ ਕਹਿੰਦੇ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਉਸ ਨਿਰਭਉ ਦਾ ਜਿਸ ਨੂੰ ਕੋਈ ਭੈ ਨਹੀਂ ਜੀ, ਜਿਹਦੇ ਅੰਦਰ ਕਿਸੇ ਕਿਸਮ ਦਾ ਕੋਈ ਡਰ ਨਹੀਂ ਹੈ, ਉਸ ਵਾਹਿਗੁਰੂ ਦਾ ਗੁਣ ਗਾਉਣਾ ਹੈ ਜੀ, ਉਹਦਾ ਗੀਤ ਗਾਣਾ ਹੈ। ਇਸ ਲਈ ਫਿਰ ਇਸ ਨੂੰ ਗਾਇਆ ਹੁੰਦਾ ਕੀ ਹੈ? ਸਤਿਗੁਰੂ ਕਹਿੰਦੇ ਉਸ ਨੂੰ ਗਾਉਣ ਦੇ ਨਾਲ ਮਨੁੱਖ ਨੂੰ ਸਦੀਵੀ ਸੁੱਖ ਦੀ ਪ੍ਰਾਪਤੀ ਹੁੰਦੀ ਹੈ, ਠੀਕ, ਸਦੀਵ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਤੇ ਇਸ ਤੋਂ ਫਿਰ ਸਤਿਗੁਰੂ ਆਖਦੇ ਨੇ, ਗੁਰੂ ਸਾਹਿਬ ਜੀ ਇਸ ਬਾਣੀ ਅੰਦਰ ਸਮਝਾਉਂਦੇ ਨੇ, ਕਹਿੰਦੇ ਭਾਈ ਜੈ ਘਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ। ਜਿਸ ਘਰ ਦੇ ਵਿੱਚ ਉਸ ਪ੍ਰਮਾਤਮਾ ਦੀ ਕੀਰਤੀ ਹੁੰਦੀ ਹੈ, ਘਰ ਤੋਂ ਭਾਵ ਹੈ ਮਨੁੱਖ ਦਾ ਮਨ, ਮਨੁੱਖ ਦਾ ਹਿਰਦਾ, ਭਾਵ ਅਰਥ ਕਿ ਜਿਸ ਘਰ ਦੇ ਵਿੱਚ ਜਿਸ ਮਨੁੱਖ ਦੇ ਮਨ ਦੇ ਅੰਦਰ ਉਸ ਪ੍ਰਮਾਤਮਾ ਦੀ ਸਿਫਤੋ ਸਲਾਹ ਚੱਲਦੀ ਹੈ, ਉਸ ਪ੍ਰਮਾਤਮਾ ਦੇ ਗੁਣ ਗਾਏ ਜਾਂਦੇ ਨੇ, ਸਤਿਗੁਰੂ ਕਹਿੰਦੇ ਭਾਈ ਉਸ ਘਰ ਨੂੰ ਵਿਚਾਰ, ਜਾਂ ਇਹਦਾ ਭਾਵ ਲੈ ਲਈਏ ਕਿ ਜਿਸ ਥਾਂ ਤੇ ਉਸ ਪ੍ਰਮਾਤਮਾ ਦੇ ਗੁਣ ਗਾਏ ਜਾਂਦੇ ਨੇ, ਉਸ ਪਰਮੇਸ਼ਰ ਦੀ ਸਿਫਤ ਹੁੰਦੀ ਹੈ, ਉਹਨੂੰ ਚੇਤੇ ਕੀਤਾ ਜਾਂਦਾ ਹੈ, ਉਸ ਨੂੰ ਹਮੇਸ਼ਾ ਵਿਚਾਰ, ਉਸ ਨੂੰ ਹਮੇਸ਼ਾ ਸਮਝ, ਉਹਦੀ ਵਿਚਾਰ ਕਰਦਾ ਰਹੇ। ਤੇ ਕੀ ਹੋਵੇਗਾ? ਤਿਤ ਘਰ ਗਾਵੋ ਸੋਹਿਲਾ ਸਿਵਰਿਓ ਸਿਰਜਣਹਾਰੋ। ਤੇ ਉਸ ਘਰ ਦੇ ਵਿੱਚ ਟਿਕ ਕੇ, ਸੰਗਤ ਵਿੱਚ ਜੁੜ ਕੇ, ਜਿੱਥੇ ਸਿਫਤ ਸਲਾਹ ਹੁੰਦੀ ਪਰਮੇਸ਼ਰ ਦੀ, ਹਮੇਸ਼ਾ ਉਸ ਵਾਹਿਗੁਰੂ ਦਾ ਗੀਤ ਗਾ, ਉਸ ਪਰਮੇਸ਼ਰ ਨੂੰ ਗਾਉਂਦਾ ਰਹੇ, ਜਿਹੜਾ ਪਰਮੇਸ਼ਰ ਸਿਰਜਣਹਾਰ ਹੈ, ਜਿਸ ਨੇ ਸਾਰੀ ਸ੍ਰਿਸ਼ਟੀ ਨੂੰ ਸਿਰਜਿਆ ਹੈ ਜੀ, ਜਿਸ ਨੇ ਸਾਰੇ ਸੰਸਾਰ ਨੂੰ ਸਾਜਿਆ ਹੈ। ਸਤਿਗੁਰੂ ਜੀ ਨੇ ਬੜੇ ਪਿਆਰ ਦੇ ਨਾਲ ਸਾਨੂੰ ਇਸ ਸ਼ਬਦ ਦੇ ਅੰਦਰ ਇੱਕ ਗੱਲ ਹੋਰ ਸਪਸ਼ਟ ਕੀਤੀ ਹੈ। ਸਤਿਗੁਰੂ ਆਖਦੇ ਨੇ, ਕਹਿੰਦੇ ਉਹ ਪ੍ਰਮਾਤਮਾ ਜਿਹੜਾ ਸਾਰੇ ਜੀਵਾਂ ਦੀ ਸੰਭਾਲ ਕਰਦਾ ਹੈ ਜੀ। ਸਤਿਗੁਰੂ ਸਮਝਾਉਂਦੇ ਨਿਤ ਨਿਤ ਜੀੜੇ ਸੰਭਾਲੀਆਂ। ਉਸ ਪਰਮੇਸ਼ਰ ਨੇ ਸਾਰੇ ਜੀਵਾਂ ਦੀ ਸੰਭਾਲ ਕੀਤੀ, ਉਹਨਾਂ ਨੂੰ ਪੈਦਾ ਕਰਕੇ ਉਹ ਪ੍ਰਮਾਤਮਾ ਉਹਨਾਂ ਦੀ ਸੰਭਾਲ ਕਰ ਰਿਹਾ ਹੈ ਅਤੇ ਉਹਨਾਂ ਨੂੰ ਰਿਜ਼ਕ ਦੇ ਰਿਹਾ ਜੀ, ਉਹਨਾਂ ਦੀ ਸੰਭਾਲ ਕਰ ਰਿਹਾ ਹੈ। ਇਸ ਲਈ ਇੱਕ ਗੱਲ ਸਤਿਗੁਰੂ ਨੇ ਸਪਸ਼ਟ ਕਰ ਦਿੱਤੀ ਕਿ ਆਪਣੇ ਮਨ ਅੰਦਰ ਤੋਂ ਕਿਸੇ ਕਿਸਮ ਦਾ ਡਰ ਨਾ ਰੱਖ। ਜਿਵੇਂ ਸਾਡੇ ਮਨ ਅੰਦਰ ਚਿੰਤਾਵਾਂ ਨੇ, ਡਰ ਹੈ ਕਿ ਪਤਾ ਨਹੀਂ ਰੋਜ਼ੀ ਮਿਲੇਗੀ, ਅੱਜ ਕੰਮ ਹੈ ਕੱਲ ਨੂੰ ਹੋਵੇਗਾ ਕਿ ਨਹੀਂ ਹੋਵੇਗਾ, ਬਹੁਤ ਸਾਰੀਆਂ ਇਨਸਾਨ ਦੇ ਮਨ ਅੰਦਰ ਚਿੰਤਾਵਾਂ ਨੇ ਜੀ। ਗੁਰੂ ਸਾਹਿਬ ਜੀ ਆਖਦੇ ਨੇ, ਕਹਿੰਦੇ ਆਪਣੇ ਮਨ ਅੰਦਰੋਂ ਸਾਰੀਆਂ ਚਿੰਤਾਵਾਂ ਨੂੰ ਖਤਮ ਕਰ ਦੇ, ਕਿਉਂਕਿ ਨਿਤ ਨਿਤ ਉਹ ਪ੍ਰਮਾਤਮਾ ਦਿੰਦਾ ਹੈ, ਉਹ ਸਾਰਿਆਂ ਨੂੰ ਸੰਭਾਲਦਾ ਹੈ। ਗੁਰੂ ਸਾਹਿਬ ਜੀ ਦਾ ਇੱਕ ਬਹੁਤ ਪਿਆਰਾ ਬਚਨ ਹੈ। ਗੁਰੂ ਸਾਹਿਬ ਜੀ ਆਖਦੇ ਨੇ, ਕਹਿੰਦੇ ਉਹ ਪਰਮੇਸ਼ਰ ਦੀਨਨ ਕੀ ਪ੍ਰਤਪਾਲ ਕਰੈ ਨਿਤ, ਸੰਤ ਉਭਾਰ ਗਨੀਮਨ ਗਾਰੈ, ਪਸ਼ ਪਸ਼ੂ ਨਗ ਨਾਗ ਨਰਾਦ ਸਰਬ ਸਮੈ ਸਭ ਕੋ ਪ੍ਰਤਪਾਰੈ, ਪੋਖਤ ਹੈ ਜਲ ਮੈਂ ਥਲ ਮੈਂ ਪਲ ਮੈਂ, ਕਲ ਕੇ ਨਹੀਂ ਕਰਮ ਵਿਚਾਰੈ, ਦੀਨ ਦਿਆਲ ਦਇਆ ਨਿਧ, ਦੋਖਨ ਦੇਖਤ ਹੈ ਪਰ ਦੇਤ ਨਾ ਹਾਰੇ। ਉਹ ਪਰਮੇਸ਼ਰ ਸਾਡੇ ਔਗੁਣਾਂ ਨੂੰ ਦੇਖਦਿਆਂ ਹੋਇਆਂ ਵੀ ਸਾਨੂੰ ਉਹ ਰੋਜ਼ੀ ਦੇਈ ਜਾਂਦਾ। ਇਸ ਲਈ ਸਤਿਗੁਰੂ ਆਖਦੇ, ਕਹਿੰਦੇ ਨਿਤ ਨਿਤ ਜੀੜੇ ਸੰਭਾਲੀਆਂ, ਸਾਰਿਆਂ ਦੀ ਸੰਭਾਲ ਕਰਦਾ ਹੈ। ਤੂੰ ਉਸ ਪਰਮਾਤਮਾ ਦੀ ਸਿਫਤ ਸਲਾਹ ਦੇ ਵਿੱਚ ਜੁੜ ਤੇ ਆਪਣੇ ਮਨ ਅੰਦਰੋਂ ਚਿੰਤਾਵਾਂ ਨੂੰ, ਫਿਕਰਾਂ ਨੂੰ ਖਤਮ ਕਰ ਲੈ ਜੀ। ਤੇ ਜਦੋਂ ਤੂੰ ਇਸ ਵਾਹਿਗੁਰੂ ਦੀ ਸਿਫਤ ਦਾ ਗੀਤ ਗਾਵੇਂਗਾ, ਤੇਰੇ ਮਨ ਅੰਦਰੋਂ ਚਿੰਤਾਵਾਂ ਨਿਕਲ ਜਾਣਗੀਆਂ, ਖਤਮ ਹੋ ਜਾਣਗੀਆਂ। ਤੇ ਉਸ ਪਰਮਾਤਮਾ ਦੀਆਂ ਇੰਨੀਆਂ ਕੁ ਰਹਿਮਤਾਂ ਨੇ ਜੀ, ਇੰਨੀਆਂ ਕੁ ਉਸਨੇ ਦਾਤਾਂ ਦਿੱਤੀਆਂ ਨੇ ਕਿ ਉਹਨਾਂ ਦੀ ਕੋਈ ਕੀਮਤ ਨਹੀਂ ਪਾ ਸਕਦਾ ਹੈ, ਉਹਨਾਂ ਦੀ ਕੋਈ ਕੀਮਤ ਨਹੀਂ ਪਾ ਸਕਦਾ, ਕੋਈ ਉਹਨਾਂ ਦਾ ਅੰਦਾਜ਼ਾ ਤੱਕ ਨਹੀਂ ਲਾ ਸਕਦਾ। ਉਸ ਪਰਮਾਤਮਾ ਦੀਆਂ, ਉਸ ਪਰਮੇਸ਼ਰ ਦੀਆਂ ਦਾਤਾਂ, ਉਹਦੀਆਂ ਰਹਿਮਤਾਂ ਦਾ ਕੋਈ ਵੀ ਅੰਤ ਨਹੀਂ ਪਾਇਆ ਜਾ ਸਕਦਾ। ਇਸ ਲਈ ਸਤਿਗੁਰੂ ਜੀ ਇਹ ਗੱਲ ਸਪਸ਼ਟ ਕਰਕੇ ਸਾਨੂੰ ਸਮਝਾਉਂਦੇ ਨੇ ਕਿ ਜਿਵੇਂ ਮਨੁੱਖ ਰਾਤ ਨੂੰ ਸੌਂਦਾ ਤੇ ਉਹ ਹਰ ਇੱਕ ਮਨੁੱਖ, ਇਹ ਨੀਂਦ ਸਾਡੇ ਜੀਵਨ ਦਾ ਇੱਕ ਜ਼ਰੂਰੀ ਅੰਗ ਹੈ ਜੀ। ਸਵੇਰ ਤੋਂ ਥੱਕਿਆ ਹੋਇਆ, ਟੁੱਟਿਆ ਹੋਇਆ ਮਨੁੱਖ ਆਰਾਮ ਕਰਦਾ, ਹਰ ਇੱਕ ਮਨੁੱਖ ਨੂੰ ਇਸ ਚੀਜ਼ ਦੀ ਜ਼ਰੂਰਤ ਹੈ। ਤੇ ਜਿਸ ਨੂੰ ਨੀਂਦ ਨਹੀਂ ਆਉਂਦੀ ਹੈ, ਡਾਕਟਰ ਉਹਨੂੰ ਨੀਂਦ ਦੀ ਗੋਲੀ ਦਿੰਦੇ ਨੇ ਜਾਂ ਇੰਜੈਕਸ਼ਨ ਦਿੰਦੇ ਨੇ ਕਿ ਇਹ ਮਨੁੱਖ ਸੌਵੇਗਾ ਤੇ ਇਹ ਤੰਦਰੁਸਤ ਹੋਏਗਾ, ਠੀਕ ਹੋਵੇਗਾ। ਤੇ ਇਸ ਲਈ ਸਤਿਗੁਰੂ ਜੀ ਸਮਝਾਉਂਦੇ ਨੇ ਕਿ ਸੌਣ ਤੋਂ ਪਹਿਲਾਂ ਜਿਹੋ ਜਿਹੇ ਮਨੁੱਖ ਦੇ ਵਿਚਾਰ ਹੋਣਗੇ ਜੀ,
ਜਿਹੋ ਜਿਹੇ ਉਹਦੇ ਮਨ ਅੰਦਰ ਖਿਆਲ ਚੱਲਦੇ ਹੋਣਗੇ, ਜੇ ਮਾੜੇ ਖਿਆਲ ਚੱਲਦੇ ਨੇ ਤੇ ਫਿਰ ਉਹਦਾ ਮਨ ਵੀ ਰਾਤ ਨੂੰ ਸੁੱਤਿਆਂ ਪਿਆ ਮਾੜੇ ਖਿਆਲ ਹੀ ਚਿਤਵੇਗਾ, ਉਹਦੇ ਮਨ ਅੰਦਰ ਵੀ ਉਹੋ ਜਿਹੇ ਖਿਆਲ ਆਣਗੇ। ਇਸ ਲਈ ਜੇ ਸੌਣ ਤੋਂ ਪਹਿਲਾਂ ਮਨੁੱਖ ਉਸ ਪਰਮਾਤਮਾ ਦੀ ਸਿਫਤ ਕਰਕੇ ਸੌਵੇ, ਉਸ ਪਰਮੇਸ਼ਰ ਦੇ ਗੁਣ ਗਾ ਕੇ ਸੌਵੇਂ, ਉਸ ਪਰਮਾਤਮਾ ਦੇ ਗੁਣ ਗਾਉਂਦਿਆਂ ਹੋਇਆਂ ਜਿਹੜਾ ਨੀਂਦ ਦੇ ਵਿੱਚ ਜਾਵੇਗਾ, ਫਿਰ ਉਸ ਨੂੰ ਰਾਤ ਨੂੰ ਸੁਪਨੇ ਵੀ ਚੰਗੇ ਹੀ ਆਣਗੇ, ਉਸ ਨੂੰ ਪਰਮਾਤਮਾ ਦੇ, ਉਸ ਪਰਮੇਸ਼ਰ ਦੇ ਸੁਪਨੇ ਆਣਗੇ, ਚੰਗੇ ਕਾਰਜ ਕਰਨ ਦੇ ਸੁਪਨੇ ਆਣਗੇ, ਜਿਹੜਾ ਮਨੁੱਖ ਉਸ ਦੀ ਸਿਫਤ ਕਰਕੇ ਸੌਵੇਗਾ। ਪਰ ਜਿਹੜਾ ਮਨੁੱਖ ਮਾੜੇ ਕਰਮ ਕਰਕੇ ਸੌਂਦਾ ਹੈ ਜਾਂ ਕੋਈ ਮਾੜੀ ਚੀਜ਼ ਸੋਚਦਾ ਸੌ ਜਾਂਦਾ ਹੈ ਤੇ ਫਿਰ ਉਹਨੂੰ ਸੁਪਨਾ ਵੀ ਫਿਰ ਉਹੋ ਜਿਹਾ ਹੀ ਆਉਂਦਾ ਹੈ। ਇਸ ਲਈ ਸਤਿਗੁਰੂ ਜੀ ਨੇ ਆਖਿਆ ਕਿ ਉਹ ਪਰਮਾਤਮਾ ਜਿਹੜਾ ਸਾਰਿਆਂ ਦੀ ਪਾਲਣਾ ਕਰਨ ਵਾਲਾ ਹੈ, ਜਿਹੜਾ ਸਾਰੀਆਂ ਥਾਵਾਂ ਵਿੱਚ ਵਸਿਆ ਹੋਇਆ, ਉਸ ਪਰਮੇਸ਼ਰ ਨੂੰ, ਨਿਰਭਉ ਨੂੰ ਹਮੇਸ਼ਾ ਸਿਮਰ, ਅਤੇ ਉਹਨੂੰ ਸਿਮਰਨ ਨਾਲ ਕੀ ਹੋਏਗਾ, ਤੇਰਾ ਜੀਵਨ ਜਿਹੜਾ ਹੈ ਸੁਖੀ ਹੋ ਜਾਏਗਾ। ਜਿੱਥੇ ਤੂੰ ਸੁੱਖ ਦੇ ਵਿੱਚ ਦਿਨ ਬਤੀਤ ਕੀਤਾ, ਉੱਥੇ ਤੇਰੀ ਰਾਤ ਵੀ ਸੁੱਖ ਦੇ ਵਿੱਚ ਬਤੀਤ ਹੋਵੇਗੀ। ਗੁਰੂ ਅਰਜਨ ਸਾਹਿਬ ਜੀ ਦਾ ਇੱਕ ਬਹੁਤ ਪਿਆਰਾ ਬਚਨ ਹੈ, ਉਹ ਆਖਦੇ ਨੇ, ਕਹਿੰਦੇ ਜਿਹੜੀ ਤੇਰੀ ਜ਼ਿੰਦਗੀ ਰੂਪੀ ਰਾਤ ਹੈ ਇਹ ਸੁੱਖਾਂ ਆਨੰਦਾਂ ਦੇ ਵਿੱਚ ਬਤੀਤ ਹੋਵੇਗੀ। ਤੂੰ ਸੁੱਖ ਵਿੱਚ ਦਿਨ ਬਤੀਤ ਕਰੇਗਾ, ਸੁੱਖ ਦੇ ਵਿੱਚ ਹੀ ਤੇਰੀ ਰਾਤ ਲੰਘੇਗੀ। ਸੋਏ ਅਚਿੰਤਾ ਜਾਗ ਅਚਿੰਤਾ, ਨਿਸ਼ਚਿੰਤ ਹੋ ਕੇ ਤੂੰ ਸੌਵੇਂਗਾ, ਨਿਸ਼ਚਿੰਤ ਹੋ ਕੇ ਤੂੰ ਜਾਗੇਗਾ, ਚਿੰਤਾਵਾਂ ਖਤਮ ਹੋ ਜਾਣਗੀਆਂ ਜੇ ਉਸ ਪਰਮੇਸ਼ਰ ਦੀ ਸਿਫਤ ਦਾ ਗੀਤ ਤੇਰੇ ਅੰਦਰ ਹੋਵੇਗਾ, ਉਸ ਪਰਮਾਤਮਾ ਦੇ ਗੁਣਾਂ ਦਾ ਗੀਤ ਜੇ ਤੇਰੇ ਅੰਦਰ ਹੋਵੇਗਾ। ਸੋ ਪਰਮਾਤਮਾ ਦੀ ਸਿਫਤ ਸਲਾਹ ਜਿਹੜੀ ਹੈਗੀ ਹੈ, ਜਿਸ ਬਾਰੇ ਗੁਰੂ ਸਾਹਿਬ ਜ਼ਿਕਰ ਕਰ ਰਹੇ ਨੇ ਇਸ ਪਹਿਲੇ ਹੀ ਪੌੜੀ ਦੇ ਵਿੱਚ, ਇਸ ਦੇ ਬਾਰੇ ਅਸੀਂ ਬ੍ਰੇਕ ਤੋਂ ਬਾਅਦ ਤੁਹਾਡੇ ਨਾਲ ਹੋਰ ਸਾਂਝ ਪਾਉਂਦੇ ਹਾਂ ਕਿ ਗੁਰੂ ਸਾਹਿਬ ਜਿਹੜਾ, ਜਿਸ ਤਰ੍ਹਾਂ ਤੁਸੀਂ ਕਿਹਾ ਕਿ ਸੌਣ ਤੋਂ ਪਹਿਲਾਂ ਅਤੇ ਇਹ ਦੋ ਹੀ ਸਮੇਂ ਨੇ ਜਦੋਂ ਅਸੀਂ ਸੋਹਿਲਾ ਦੀ ਬਾਣੀ ਦਾ ਗਾਇਨ ਕਰਦੇ ਹਾਂ, ਇਹਦੇ ਬਾਰੇ ਹੋਰ ਗੱਲਬਾਤ ਕਰਦੇ ਹਾਂ। ਪਰਮਾਤਮਾ ਦੀ ਸਿਫਤ ਸਲਾਹ ਦੇ ਬਾਰੇ ਜ਼ਿਕਰ ਹੋ ਰਿਹਾ ਸੀ ਜੀ ਬ੍ਰੇਕ ਤੋਂ ਪਹਿਲਾਂ, ਤੇ ਭਾਈ ਸਾਹਿਬ, ਭਾਈ ਬਲਜੀਤ ਸਿੰਘ ਤਲਵੰਡ ਸਾਨੂੰ ਸੋਹਿਲਾ ਸਾਹਿਬ ਦੀ ਜੋ ਇਹ ਬਾਣੀ ਹੈ ਉਸ ਦੀ ਵਿਆਖਿਆ ਕਰਕੇ ਸਰਵਣ ਕਰਾ ਰਹੇ ਨੇ। ਆਓ ਹੋਰ ਸਾਂਝ ਪਾਉਂਦੇ ਜੀ ਭਾਈ ਸਾਹਿਬ। ਸੋ ਪਰਮਾਤਮਾ ਦੀ ਜਿੱਥੇ ਅਸੀਂ ਕਹਿੰਦੇ ਹਾਂ ਸਿਫਤ ਸਲਾਹ ਦੀ ਗੱਲ ਕਰਦੇ ਹਾਂ, ਸੋ ਪਰਮਾਤਮਾ ਦੀ ਸਿਫਤ ਸਲਾਹ ਕੀ ਸਿਰਫ ਬਚਨਾਂ ਨਾਲ ਹੀ ਹੋ ਸਕਦੀ ਹੈ ਜਾਂ ਇਸ ਦੇ ਵਿੱਚ ਕਰਮ ਜਿਹੜੇ ਨੇ ਉਹਨਾਂ ਨੂੰ ਵੀ ਨਾਲ ਜੋੜਨਾ ਪਏਗਾ? ਜੀ ਬਿਲਕੁਲ, ਸਿਫਤ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਕੋਈ ਹਾਰਮੋਨੀਅਮ 'ਤੇ ਗਾ ਕੇ ਜਾਂ ਕਿਸੇ ਹੋਰ ਤਰੀਕੇ ਦੇ ਨਾਲ ਜਾਂ ਕੋਈ ਉੱਚੀ ਉੱਚੀ ਆਲਾਪ ਲਾ ਕੇ ਇਸ ਢੰਗ ਨਾਲ ਹੈ। ਸਿਫਤ ਦਾ ਮਤਲਬ ਹੈ ਕਿ ਉਸ ਨੂੰ ਚੇਤੇ ਕਰਨਾ ਹੈ, ਉਹਦੇ ਗੁਣ ਗਾਣੇ ਨੇ, ਜੋ ਉਹਦੇ ਗੁਣ ਨੇ ਉਹਨਾਂ ਨੂੰ ਆਪਣੇ ਜੀਵਨ ਦੇ ਵਿੱਚ ਧਾਰਨ ਕਰਨਾ। ਅਸਲ ਵਿੱਚ ਇਹੀ ਉਹਦੀ ਸਿਫਤ ਕਰਨਾ ਹੈ। ਕਈ ਵਾਰ ਅਸੀਂ ਸ਼ਬਦ ਵਰਤਦੇ ਹਾਂ ਕਿ ਉਹਦੀ ਕੀਰਤੀ ਕਰਨੀ ਚਾਹੀਦੀ, ਕੀਰਤੀ ਤੋਂ ਭਾਵ ਵੀ ਉਹਦੀ ਸਿਫਤ ਤੋਂ ਸਲਾਹ ਹੈ, ਉਹਦੇ ਗੁਣ ਗਾਉਣੇ ਨੇ। ਇਸ ਲਈ ਉਹਦੇ ਗੁਣਾਂ ਨੂੰ ਗਾਉਣ ਦਾ ਮਤਲਬ ਹੀ ਇਹ ਹੈ ਕਿ ਉਹ ਜਿਹੜੇ ਗੁਣ ਪਰਮੇਸ਼ਰ ਦੇ ਨੇ ਉਹ ਗੁਣ ਮੇਰੇ ਜੀਵਨ ਦੇ ਵਿੱਚ ਆ ਜਾਣ, ਜਿਹੋ ਜਿਹਾ ਪਰਮਾਤਮਾ ਹੈ ਉਹੋ ਜਿਹਾ ਮੇਰੇ ਅੰਦਰ ਗੁਣ ਆ ਜਾਣ। ਇਹੀ ਉਸ ਪਰਮਾਤਮਾ ਦੀ ਕੀਰਤੀ ਕਰਨੀ, ਉਹਦੀ ਸਿਫਤ ਸਲਾਹ ਕਰਨੀ ਹੈ, ਜੋ ਗੁਰੂ ਸਾਹਿਬ ਜੀ ਸਾਨੂੰ ਇਸ ਬਾਣੀ ਦੇ ਅੰਦਰ ਦ੍ਰਿੜ ਕਰਾ ਕੇ ਸਮਝਾ ਰਹੇ ਨੇ। ਤੇ ਇਸ ਲਈ ਗੁਰੂ ਸਾਹਿਬ ਇਹ ਸਾਨੂੰ ਬਾਰ-ਬਾਰ ਇਹ ਗੱਲ ਸਮਝਾਉਂਦੇ ਨੇ ਕਿ ਇਸ ਸੰਸਾਰ ਦੇ ਅੰਦਰ ਮਨੁੱਖ ਜੋ ਆਇਆ ਇਸ ਨੇ ਉਸ ਪਰਮਾਤਮਾ ਨੂੰ ਮਿਲਣਾ ਹੈ, ਪਰਮੇਸ਼ਰ ਤੱਕ ਪਹੁੰਚਣਾ ਹੈ, ਤੇ ਉਹਨੂੰ ਮਿਲਣ ਦਾ ਇੱਕੋ ਇੱਕ ਸਾਧਨ ਹੈ ਉਹਦੀ ਕੀਰਤੀ, ਉਸ ਪਰਮੇਸ਼ਰ ਦੀ ਸਿਫਤ, ਉਸ ਪਰਮਾਤਮਾ ਦੇ ਗੀਤ ਗਾਉਣੇ ਨੇ, ਉਸ ਪਰਮਾਤਮਾ ਨੂੰ ਚੇਤੇ ਕਰਨਾ ਹੈ। ਤੇ ਇਹ ਗੱਲ ਗੁਰੂ ਸਾਹਿਬ ਇਸ ਸ਼ਬਦ ਅੰਦਰ ਸਪਸ਼ਟ ਕਰਕੇ ਸਮਝਾਉਂਦੇ ਨੇ ਕਿ ਜਿਵੇਂ ਇੱਕ ਲੜਕੀ ਵਿਆਹ ਤੋਂ ਪਹਿਲਾਂ ਜਿਵੇਂ ਉਹਦੇ ਕਈ ਤਰ੍ਹਾਂ ਦੇ ਕਰਮ ਕੀਤੇ ਜਾਂਦੇ ਨੇ ਕਿ ਉਸ ਨੂੰ ਮਾਈਏ ਪਾਏ ਜਾਂਦੇ ਨੇ, ਉਹਦਾ ਸਾਹਾ ਆਉਂਦਾ ਹੈ, ਵਿਆਹ ਦੇ ਹੋਰ ਕਾਰਜ ਕੀਤੇ ਜਾਂਦੇ ਨੇ। ਇਸੇ ਤਰ੍ਹਾਂ ਸਤਿਗੁਰੂ ਜੀ ਨੇ ਉਦਾਹਰਨ ਇਸ ਸ਼ਬਦ ਅੰਦਰ ਇਹੋ ਲਈ ਕਿ ਜਿਵੇਂ ਵਿਆਹ ਦੀ ਸਾਹੇ ਦੀ ਚਿੱਠੀ ਆਉਂਦੀ ਤੇ ਉਸ ਚਿੱਠੀ ਦੇ ਅੰਦਰ ਦਿਨ ਮੁਕਰਰ ਹੁੰਦਾ ਹੈ ਕਿ ਇਸ ਦਿਨ ਜਿਹੜਾ ਹੈ ਇਹ ਵਿਆਹ ਤੈਅ ਕੀਤਾ ਗਿਆ ਹੈ। ਤੇ ਗੁਰੂ ਸਾਹਿਬ ਜੀ ਨੇ ਇਹੋ ਜਿਹੀ ਉਦਾਹਰਨ ਲਈ ਹੈ, ਇਸੇ ਦੇ ਅੰਦਰ ਸਤਿਗੁਰੂ ਨੇ ਉਦਾਹਰਨ ਲੈ ਕੇ ਗੱਲ ਸਪਸ਼ਟ ਕੀਤੀ। ਕਹਿੰਦੇ ਕਿ ਭਾਈ ਉਹ ਇਸ ਸੰਸਾਰ ਤੋਂ ਚੱਲਣ ਦਾ ਹਰ ਇੱਕ ਮਨੁੱਖ ਦਾ ਸਮਾਂ ਹੈ, ਪਰ ਜੇ ਇਸ ਸੰਸਾਰ ਤੋਂ ਜਾਣ ਤੋਂ ਪਹਿਲਾਂ ਜੇ ਮਨੁੱਖ ਕੋਈ ਸੰਸਾਰ ਦੇ ਅੰਦਰ ਚੰਗੇ ਕਾਰਜ ਕਰਕੇ ਜਾਵੇ, ਚੰਗੇ ਕਰਮ ਕਰੇ, ਉਸ ਪਰਮੇਸ਼ਰ ਦੇ ਗੁਣ ਗਾਵੇ, ਮਨੁੱਖਤਾ ਦੀ ਭਲਾਈ ਵਾਸਤੇ, ਇਨਸਾਨੀਅਤ ਦੇ ਭਲੇ ਵਾਸਤੇ ਕੋਈ ਕਾਰਜ ਕਰਕੇ ਜਾਏ, ਤੇ ਇਸ ਮਨੁੱਖ ਨੂੰ ਪਰਲੋਕ ਦੇ ਵਿੱਚ ਤੇ ਸਥਾਨ ਮਿਲੇਗਾ ਹੀ, ਇਸ ਨੂੰ ਇਸ ਲੋਕ ਦੇ ਅੰਦਰ ਵੀ ਦੁਨੀਆ ਚੇਤੇ ਕਰੇਗੀ, ਇਹਦੇ ਲੋਕ ਅਤੇ ਪਰਲੋਕ ਦੋਵੇਂ ਸੁਹੇਲੇ ਹੋ ਜਾਣਗੇ। ਇਸ ਲਈ ਸਤਿਗੁਰੂ ਨੇ ਉਦਾਹਰਨ ਲਈ ਹੈ ਉਸ ਬੱਚੀ ਦੀ ਕਿ ਜੋ ਜਿਵੇਂ ਉਹਦਾ ਮਾਈਏ ਪਾਏ ਜਾਂਦੇ ਨੇ, ਗੁਰੂ ਸਾਹਿਬ ਆਖਦੇ ਸੰਬਤ ਸਾਹਾ ਲਿਖਿਆ ਮਿਲਕਰ ਪਾਵੋ ਤੇਰ। ਤੇ ਇੱਕ ਤੇ ਇਹਦੇ ਵਿੱਚ ਦੋ ਗੱਲਾਂ ਨੇ, ਇੱਕ ਤੇ ਉਹਦੇ ਮਨ ਅੰਦਰ ਬੈਰਾਗ ਵੀ ਹੈ ਤੇ ਇੱਕ ਖੁਸ਼ੀ ਵੀ ਹੈ। ਬੈਰਾਗ ਇਸ ਕਰਕੇ ਹੈ ਕਿਉਂਕਿ ਜਿਸ ਘਰ ਦੇ ਵਿੱਚ ਉਹ ਰਹੀ ਹੈ ਉਸ ਨੂੰ ਆਪਣਾ ਉਹ ਘਰ ਛੱਡ ਕੇ ਹੁਣ ਜਾਣਾ ਪਏਗਾ ਆਪਣੇ ਸਹੁਰੇ ਘਰ ਦੇ ਅੰਦਰ।
ਸਹੁਰੇ ਘਰ ਵਿੱਚ ਜਾਣ ਦੀ ਖੁਸ਼ੀ ਹੈ ਤੇ ਆਪਣੇ ਪੇਕੇ ਘਰ ਤੋਂ ਵਿਛੜਨ ਦਾ ਦੁੱਖ ਹੈ, ਗਮ ਵੀ ਬੈਰਾਗ ਹੈ। ਤੇ ਇਸ ਲਈ ਉਹਦੇ ਮਨ ਅੰਦਰ ਦੋਵੇਂ ਗੱਲਾਂ ਨੇ। ਤੇ ਹੁਣ ਉਹਨੂੰ ਪਤਾ ਹੈ ਕਿ ਮੈਂ ਇਸ ਘਰ ਵਿੱਚ ਵਾਪਸ ਆ ਤੇ ਸਕਦੀ ਹਾਂ, ਪਰ ਹਮੇਸ਼ਾ ਵਾਸਤੇ ਨਹੀਂ। ਠੀਕ। ਕਿਉਂਕਿ ਹੁਣ ਹਮੇਸ਼ਾ ਵਾਸਤੇ ਮੇਰੇ ਰਹਿਣ ਦਾ ਜੋ ਸਥਾਨ ਹੈ ਉਹ ਹੈ ਮੇਰਾ ਆਪਣਾ ਘਰ, ਸਹੁਰਾ ਘਰ। ਬਸ ਇਸੇ ਤਰ੍ਹਾਂ ਹੀ ਜਿਹੜੇ ਮਨੁੱਖ ਪਰਮੇਸ਼ਰ ਦੇ ਨਾਲ ਜੁੜ ਜਾਂਦੇ ਨੇ ਉਹਨਾਂ ਦੇ ਰਹਿਣ ਦਾ ਹਮੇਸ਼ਾ ਵਾਸਤੇ ਜਿਹੜਾ ਸਥਾਨ ਹੈ ਉਹ ਪ੍ਰਮਾਤਮਾ ਦਾ ਘਰ ਬਣ ਜਾਂਦਾ ਹੈ। ਤੇ ਉਹ ਇਸ ਸੰਸਾਰ ਵਿੱਚ ਆਉਂਦੇ ਤੇ ਹੈਗੇ ਨੇ, ਪਰ ਕੁਝ ਸਮੇਂ ਵਾਸਤੇ, ਫਿਰ ਉਹਦੇ ਵਿੱਚ ਹੀ ਉਹ ਲੀਨ ਹੋ ਜਾਂਦੇ ਨੇ। ਇਸ ਲਈ ਫਿਰ ਉਹ ਇਸਤਰੀ, ਉਹ ਬੱਚੀ ਫਿਰ ਆਪਣੀਆਂ ਜਿਹੜੀਆਂ ਵਿਆਹੀਆਂ ਹੋਈਆਂ ਸੁਹਾਗਣਾਂ ਨੇ ਉਹਨਾਂ ਨੂੰ ਆਖਦੀ ਹੈ ਕਿ ਦੇਹੋ ਸੱਜਣ ਅਸੀਸੜੀਆਂ, ਕਿ ਮੈਨੂੰ ਇਹੋ ਜਿਹੀਆਂ ਗੱਲਾਂ ਦੱਸੋ, ਇਹੋ ਜਿਹੀਆਂ ਅਸੀਸਾਂ ਦਿਓ ਕਿ ਜਿਸ ਦੇ ਨਾਲ ਮੇਰਾ ਉਸ ਵਾਹਿਗੁਰੂ ਦੇ ਨਾਲ, ਉਸ ਪਰਮੇਸ਼ਰ ਦੇ ਨਾਲ ਮੇਲ ਹੋ ਜਾਵੇ, ਉਹਦੇ ਨਾਲ ਮਿਲਾਪ ਹੋ ਜਾਵੇ। ਇਹ ਗੱਲ ਮੈਨੂੰ ਸਪਸ਼ਟ ਕਰਕੇ ਸਮਝਾਵੋ, ਕੋਈ ਅਸੀਸ ਦਿਓ, ਮੈਨੂੰ ਉਪਦੇਸ਼ ਦੇਵੋ, ਮੇਰਾ ਉਸ ਪਰਮੇਸ਼ਰ ਨਾਲ ਮੇਲ ਹੋਵੇ। ਤੇ ਸਤਿਗੁਰੂ ਆਖਦੇ ਨੇ ਕਿ ਸਾਰਿਆਂ ਨੂੰ ਸੱਦੇ ਪੈ ਰਹੇ ਨੇ ਪਰਮਾਤਮਾ ਦੇ ਵੱਲੋਂ, ਸਾਰਿਆਂ ਨੂੰ, ਪਰ ਇਸ ਸੱਦੇ ਨੂੰ ਸਮਝਦਾ ਕੋਈ ਹੈ। ਗੁਰੂ ਸਾਹਿਬ ਆਖਰੀ ਬੰਦ ਅੰਦਰ ਗੁਰੂ ਸਾਹਿਬ ਆਖਦੇ ਨੇ, ਗੁਰੂ ਨਾਨਕ ਸਾਹਿਬ ਜੀ, ਕਿ ਨਿਤ ਉਸ ਵਾਹਿਗੁਰੂ ਦੇ ਘਰ ਤੋਂ ਘਰ ਘਰ ਇਹੋ ਪਹੁੰਚਾ, ਸੱਦੜੇ ਨਿਤ ਪਵਨ। ਵੀ ਘਰ ਘਰ ਦੇ ਵਿੱਚ ਇਹ ਸੁਨੇਹਾ ਪਹੁੰਚਿਆ ਹੈ। ਘਰ ਘਰ ਦੇ ਵਿੱਚ ਇਹ ਸੁਨੇਹਾ, ਉਹ ਸੁਨੇਹਾ ਕੀ ਹੈ ਕਿ ਇਸ ਸੰਸਾਰ ਦੇ ਵਿੱਚੋਂ ਸਭਨਾ ਸਹੁਰੇ ਵੰਜਣਾ, ਸਭ ਮੁਕਲਾਵਣ ਹਾਰ। ਵੀ ਹਰ ਘਰ ਦੇ ਅੰਦਰ ਇਹ ਸੁਨੇਹਾ ਪਹੁੰਚਿਆ ਹੈ ਕਿਸੇ ਨਾ ਕਿਸੇ ਰੂਪ ਦੇ ਵਿੱਚ, ਸੱਦੜੇ ਨਿਤ ਪਵਨ, ਸੱਦੜੇ ਹਮੇਸ਼ਾ ਪੈ ਰਹੇ ਨੇ। ਤੇ ਫਿਰ ਕਰਨਾ ਕੀ ਚਾਹੀਦਾ? ਹੁਣ ਵੇਖੋ, ਕਈ ਵਾਰ ਆਖ ਦਿੱਤਾ ਜਾਂਦਾ ਹੈ ਕਿ ਜੀ ਸੱਦਾ ਕਿਹੋ ਜਿਹਾ ਸੱਦਾ, ਇਹ ਕੈਸਾ ਸੱਦਾ ਹੈ ਜੀ। ਹੁਣ ਪਰਮੇਸ਼ਰ ਕਿਹੋ ਜਿਹਾ ਸੱਦਾ ਭੇਜਦਾ ਹੈ ਬੰਦੇ ਨੂੰ? ਹੁਣ ਉਹਨੇ ਕੋਈ ਖਾਸ ਤੇ ਨਹੀਂ ਵੀ ਕਿਸੇ ਨੂੰ ਆ ਕੇ ਬਾਂਹ ਤੋਂ ਪਕੜ ਕੇ ਉਠਾ ਲੈਣਾ ਜੀ, ਬਿਲਕੁਲ ਐਸਾ ਨਹੀਂ ਹੁੰਦਾ। ਤੇ ਇਹ ਧਰਮ ਦੀ ਦੁਨੀਆ ਦੇ ਵਿੱਚ, ਅਧਿਆਤਮਿਕਵਾਦ ਦੀ ਦੁਨੀਆ ਦੇ ਵਿੱਚ ਐਸੀ ਗੱਲ ਨਹੀਂ ਹੈ। ਇੱਥੇ ਸੱਦਾ ਤੋਂ ਭਾਵ ਇਹ ਹੈ ਕਿ ਉਹ ਪਰਮੇਸ਼ਰ ਜਿਹੜਾ ਹੈ ਸਾਨੂੰ ਸਾਡੇ ਸਾਹਮਣੇ ਹੀ ਕਈ ਵਾਰ ਐਸਾ ਕੋਈ ਨਜ਼ਾਰਾ ਪੇਸ਼ ਕਰ ਦਿੰਦਾ, ਇਹੋ ਜਿਹੀ ਕੋਈ ਘਟਨਾ ਸਾਡੇ ਸਾਹਮਣੇ ਵਾਪਰ ਜਾਂਦੀ ਹੈ ਜਿਹੜਾ ਇੱਕ ਤਰ੍ਹਾਂ ਦਾ ਸਾਡੇ ਵਾਸਤੇ ਮੈਸੇਜ ਹੋ ਜਾਂਦਾ, ਠੀਕ, ਸਾਡੇ ਵਾਸਤੇ ਸੁਨੇਹਾ ਹੋ ਜਾਂਦਾ ਹੈ। ਜਿਵੇਂ ਕੋਈ ਸਾਡੇ ਸਾਹਮਣੇ ਕੋਈ ਘਟਨਾ ਵਾਪਰੀ, ਕਿਸੇ ਦੀ ਕੋਈ ਮੌਤ ਹੋ ਗਈ, ਤੇ ਉਹ ਉਸ ਵੇਲੇ ਸਾਨੂੰ ਇਸ ਗੱਲ ਦਾ ਅਹਿਸਾਸ ਹੁੰਦਾ ਹੈ ਕਿ ਅੱਜ ਇਹ ਪ੍ਰਾਣੀ ਜਿਹੜਾ ਇਹ ਚਲਾ ਗਿਆ, ਕੱਲ ਨੂੰ ਸਾਡੀ ਵੀ ਵਾਰੀ ਆਣੀ ਹੈ। ਠੀਕ। ਇਸ ਤਰ੍ਹਾਂ ਦੇ ਸੱਦੇ ਜਿਹੜੇ ਨੇ ਉਹ ਹਰ ਇੱਕ ਮਨੁੱਖ ਨੂੰ ਮਿਲਦੇ ਨੇ, ਹਰ ਇੱਕ ਇਨਸਾਨ ਨੂੰ। ਇਸੇ ਕਰਕੇ ਗੁਰੂ ਸਾਹਿਬ ਆਖਦੇ ਘਰ ਘਰ ਇਹੋ ਪਹੁੰਚਾ, ਸੱਦੜੇ ਨਿਤ ਪਵਨ। ਵੀ ਨਿਤ ਸੱਦੇ ਪੈ ਰਹੇ ਨੇ, ਨਿਤ ਸੁਨੇਹਾ ਆ ਰਿਹਾ ਹੈ, ਪਰ ਮਨੁੱਖ ਇਸ ਗੱਲ ਨੂੰ ਇਗਨੋਰ ਕਰ ਦਿੰਦਾ ਹੈ। ਜੀ ਬਿਲਕੁਲ ਤੁਸੀਂ ਸਹੀ ਕਿਹਾ, ਕਿਉਂਕਿ ਜਦੋਂ ਕੋਈ ਸ਼ਮਸ਼ਾਨ ਘਾਟ ਤੇ ਕੋਈ ਬੰਦਾ ਜਾਂਦਾ ਉਸ ਸਮੇਂ ਕੁਝ ਦੇਰ ਲਈ ਬਿਰਤੀ ਜਿਹੜੀ ਇਹ ਸੋਚ ਜਿਹੜੀ ਇਹ ਆ ਜਾਂਦੀ ਹੈ, ਪਰ ਜਿਉਂ ਹੀ ਆਪਣੇ ਰੋਜ਼ਮਰਾ ਜ਼ਿੰਦਗੀ ਦੇ ਵਿੱਚ ਬਿਜ਼ੀ ਹੋ ਜਾਂਦਾ ਹੈ, ਇਹ ਸਾਰੀਆਂ ਚੀਜ਼ਾਂ ਮੁੱਕ ਜਾਂਦੀਆਂ। ਫਿਰ ਉਹ ਇਸ ਗੱਲ ਨੂੰ ਭੁੱਲ ਜਾਂਦਾ, ਨਕਾਰਾ ਹੋ ਜਾਂਦਾ ਹੈ, ਫਿਰ ਆਪਣੇ ਕੰਮ ਧੰਦਿਆਂ ਵਿੱਚ ਉਲਝ ਜਾਂਦਾ, ਫਿਰ ਆਪਣੇ ਕਾਰੋਬਾਰ ਦੇ ਵਿੱਚ ਲੱਗ ਜਾਂਦਾ। ਤੇ ਗੁਰੂ ਸਾਹਿਬ ਇਹ ਗੱਲ ਸਪਸ਼ਟ ਕਰਦੇ ਨੇ, ਕਹਿੰਦੇ ਭਾਈ ਇਸ ਗੱਲ ਨੂੰ ਸਮਝ ਲੈ, ਜਿਸ ਵਾਹਿਗੁਰੂ ਨੇ ਸੱਦਾ ਭੇਜਿਆ ਹੈ ਇੱਥੋਂ ਜਾਣ ਦਾ, ਜਿਸ ਨੇ ਇਹ ਸੱਦਾ ਘੱਲਿਆ ਹੈ, ਉਸ ਨੂੰ ਹਮੇਸ਼ਾ ਸਿਮਰ। ਸੱਦਣ ਹਾਰਾ ਸਿਮਰੀਐ, ਨਾਨਕ ਸੇ ਦੇ ਅਵਨ। ਦੇ ਦਾ ਅਰਥ ਹੈ ਦਿਨ। ਉਹ ਦਿਨ ਲਾਗੇ ਆਉਂਦੇ ਜਾ ਰਹੇ ਨੇ, ਇਸ ਕਰਕੇ ਉਸ ਵਾਹਿਗੁਰੂ ਨੂੰ, ਉਸ ਪਰਮੇਸ਼ਰ ਨੂੰ ਹਮੇਸ਼ਾ ਸਿਮਰ ਤੇ ਉਸ ਘਰ ਦੀ ਸੰਭਾਲ ਕਰ ਜਿੱਥੇ ਉਹਦੀ ਸਿਫਤ ਸਲਾਹ ਹੁੰਦੀ, ਉਸ ਪਰਮੇਸ਼ਵਰ ਦੇ ਗੁਣ ਗਾ। ਤੇ ਪਹਿਲੇ ਸ਼ਬਦ ਦੇ ਅੰਦਰ ਗੁਰੂ ਸਾਹਿਬ ਨੇ ਇਹ ਗੱਲ ਸਪਸ਼ਟ ਕਰ ਦਿੱਤੀ ਕਿ ਨਿਰਭਉ ਹੋ ਕੇ ਉਸ ਪਰਮੇਸ਼ਵਰ ਦੇ ਗੁਣ ਗਾ। ਠੀਕ। ਨਿਰਭਉ, ਆਪਣੇ ਅੰਦਰੋਂ ਦੁਨਿਆਵੀ ਡਰ ਖਤਮ ਕਰਕੇ, ਚਿੰਤਾਵਾਂ ਫਿਕਰ ਆਪਣੇ ਅੰਦਰੋਂ ਭੁਲਾ ਕੇ, ਅਤੇ ਉਸ ਵਾਹਿਗੁਰੂ ਨੂੰ ਚੇਤੇ ਕਰ, ਉਸ ਨੂੰ ਆਪਣੇ ਹਿਰਦੇ ਘਰ ਅੰਦਰ ਹਮੇਸ਼ਾ ਗਾਉਂਦੇ ਰਹੋ। ਤੇ ਇਸ ਤਰ੍ਹਾਂ ਫਿਰ ਗੁਰਮੁਖ ਪਿਆਰਿਆਂ ਦੀ ਸੰਗਤ ਕਰੋ, ਜਿਨ੍ਹਾਂ ਦੀ ਸੰਗਤ ਕੀਤਿਆਂ, ਜਿਨ੍ਹਾਂ ਦੇ ਕੋਲੋਂ ਅਸੀਸਾਂ ਲੈ ਕੇ ਅਸੀਂ ਉਸ ਨਿਰੰਕਾਰ, ਉਸ ਵਾਹਿਗੁਰੂ ਤੱਕ ਪਹੁੰਚ ਸਕਦੇ ਹਾਂ। ਅਤੇ ਇਸ ਗੱਲ ਨੂੰ ਆਪਣੇ ਮਨ ਅੰਦਰ ਹਮੇਸ਼ਾ ਰੱਖਣਾ ਕਿ ਉਹ ਪਰਮਾਤਮਾ, ਉਹ ਪਰਮੇਸ਼ਰ, ਉਹ ਸਾਰਿਆਂ ਨੂੰ ਸੱਦੇ ਭੇਜ ਰਿਹਾ ਹੈ ਤੇ ਇਸ ਸੰਸਾਰ ਤੋਂ ਜਿਹੜਾ ਜਾਣਾ ਉਹ ਸੱਚ ਹੈ ਜੀ। ਤੇ ਉਹ ਸੱਦੇ ਸਾਰਿਆਂ ਨੂੰ ਪੈ ਰਹੇ ਨੇ, ਅਸੀਂ ਇਸ ਸੰਸਾਰ ਤੋਂ ਤੁਰਨਾ ਹੈ। ਇਸ ਪਹਿਲੇ ਸ਼ਬਦ ਅੰਦਰ ਗੁਰੂ ਸਾਹਿਬ ਜੀ ਇਹ ਗੱਲ ਸਪਸ਼ਟ ਕਰ ਦਿੰਦੇ ਨੇ। ਜਦੋਂ ਆਪਾਂ ਅਗਲੇ ਸ਼ਬਦ ਵੱਲ ਧਿਆਨ ਮਾਰਦੇ ਹਾਂ ਤੇ ਅਗਲਾ ਸ਼ਬਦ ਜਿਹੜਾ ਹੈ ਉਹਦੇ ਅੰਦਰ ਵੀ ਸਤਿਗੁਰੂ ਜੀ ਨਾਲ ਹੀ ਇਸ ਗੱਲ ਨੂੰ ਜੋੜ ਦਿੰਦੇ ਨੇ। ਨਾਲ ਹੀ ਗੁਰੂ ਸਾਹਿਬ ਇਹ ਗੱਲ ਸਪਸ਼ਟ ਕਰਕੇ ਸਾਡੇ ਸਾਹਮਣੇ ਰੱਖ ਦਿੰਦੇ ਨੇ ਕਿ ਜਿਵੇਂ ਇੱਥੇ ਗੱਲ ਕੀਤੀ ਗਈ ਕੀਰਤੀ ਦੀ, ਉਸ ਪਰਮਾਤਮਾ ਦੇ ਸੁਹਲੇ ਗਾਉਣ ਦੀ, ਉਹਦੇ ਖੁਸ਼ੀ ਦੇ ਗੀਤ ਗਾਉਣ ਦੀ, ਇਸੇ ਤਰ੍ਹਾਂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਅਗਲੇ ਸ਼ਬਦ ਅੰਦਰ ਵੀ ਇਹੀ ਗੱਲ ਸਾਡੇ ਸਾਹਮਣੇ ਰੱਖੀ ਕਿ ਭਾਈ ਉਸ ਪਰਮਾਤਮਾ ਦੀ ਕੀਰਤੀ ਕਰ। ਜਿਵੇਂ ਪਹਿਲਾਂ ਗੱਲ ਆਈ ਕਿ ਜੈ ਘਰ ਕੀਰਤ ਆਖੀਏ, ਜਿਸ ਪਰਮਾਤਮਾ ਦੀ, ਜਿਸ ਘਰ ਦੇ ਅੰਦਰ ਸਿਫਤ ਸਲਾਹ ਕੀਤੀ ਜਾਂਦੀ। ਹੁਣ ਅਗਲੇ ਸ਼ਬਦ ਅੰਦਰ ਵੀ ਗੁਰੂ ਸਾਹਿਬ ਨੇ ਇਹੀ ਗੱਲ ਰੱਖੀ, ਬਾਬਾ ਜੈ ਘਰ ਕਰਤੇ
ਕੀਰਤ ਹੋਏ, ਜਿਸ ਘਰ ਦੇ ਵਿੱਚ ਉਸ ਪਰਮਾਤਮਾ ਦੀ ਕੀਰਤੀ ਹੁੰਦੀ। ਹੁਣ ਜਦੋਂ ਆਪਾਂ ਇਸ ਸ਼ਬਦ ਨੂੰ ਦੇਖਾਂਗੇ ਤੇ ਪਹਿਲੇ ਇਸ ਸ਼ਬਦ ਦੇ ਪਹਿਲੇ ਬੰਦ ਅੰਦਰ ਗੁਰੂ ਸਾਹਿਬ ਨੇ ਜ਼ਿਕਰ ਕੀਤਾ 6 ਘਰ 6 ਗੁਰ 6 ਉਪਦੇਸ਼, ਤੇ ਇਹਨਾਂ ਦਾ ਅਰਥ ਇਹ ਹੈ, 6 ਦਾ ਅਰਥ 6 ਗਿਣਤੀ ਦੇ, ਘਰ ਦਾ ਅਰਥ ਹੈ ਸ਼ਾਸਤਰ ਜੀ, 6 ਸ਼ਾਸਤਰ, 6 ਹੀ ਉਹਨਾਂ ਨੂੰ ਰਚਣ ਵਾਲੇ ਲਿਖਣ ਵਾਲੇ ਉਹਨਾਂ ਦੇ ਗੁਰੂ ਜੀ, ਤੇ 6 ਹੀ ਤਰ੍ਹਾਂ ਦੇ ਉਹਨਾਂ ਦੇ ਅੰਦਰ ਵੱਖ-ਵੱਖ ਉਪਦੇਸ਼ ਨੇ। ਜਿਵੇਂ 6 ਸ਼ਾਸਤਰ ਨੇ ਸ਼ਾਖ, ਨਿਆਏ, ਵਿਸ਼ੇਸ਼ਕ, ਯੋਗ, ਮੀਮਾਂਸਾ, वेदांत, ਤੇ ਇਹਨਾਂ ਨੂੰ ਰਚਣ ਵਾਲੇ ਜਿਹੜੇ ਨੇ ਉਹ 5 ਨੇ, ਕਪਲ, ਗੌਤਮ, ਕਣਾਦ, ਪਤੰਜਲੀ, ਜੈਮਨੀ, ਵਿਆਸ, 5 ਹੀ ਇਹਨਾਂ ਨੂੰ ਰਚਣ ਵਾਲੇ ਨੇ ਜੀ। ਤੇ ਹੁਣ ਪਹਿਲਾਂ ਅੱਜ ਤੱਕ ਇਹਦੀ ਵਿਚਾਰ, ਇਹਦਾ ਅਰਥ ਇਹੀ ਕੀਤਾ ਜਾਂਦਾ ਰਿਹਾ ਕਿ ਇਹਨਾਂ ਉਪਦੇਸ਼ਾਂ ਦੇ ਨਾਲ ਜੁੜਨ ਦੀ ਜ਼ਰੂਰਤ ਨਹੀਂ, ਜਾਂ ਇਹਨਾਂ ਨੂੰ, ਕਿਉਂਕਿ ਇਹ ਹੋਰ ਧਰਮ ਦੇ ਨੇ, ਉਹਨਾਂ ਦੀ ਆਪਣੀ ਫਿਲਾਸਫੀ ਹੈ, ਆਪਣੀ ਵਿਚਾਰਧਾਰਾ ਹੈ। ਪਰ ਜਦੋਂ ਆਪਾਂ ਇਸ ਸ਼ਬਦ ਦੇ ਰਹਾਉ ਦੇ ਬੰਦ ਵੱਲ ਵੇਖਦੇ ਹਾਂ, ਤੇ ਇੱਕ ਮੈਂ ਬੇਨਤੀ ਹੋਰ ਕਰ ਦੇਵਾਂ ਕਿ ਗੁਰਬਾਣੀ ਦੇ ਵਿੱਚ ਬਹੁਤੀ ਵਾਰਾਂ ਤੁਸੀਂ ਦੇਖੋਗੇ ਰਹਾਉ ਦਾ ਸ਼ਬਦ ਮਿਲੇਗਾ ਜੀ। ਜਿਵੇਂ ਸੁਖਮਨੀ ਸਾਹਿਬ ਦੇ ਵਿੱਚ ਰਹਾਉ ਦਾ ਇੱਕ ਸ਼ਬਦ ਮਿਲ ਜਾਂਦਾ ਹੈ, ਇੱਕ ਪੰਕਤੀ। ਬਹੁਤ ਜ਼ਿਆਦਾਤਰ ਗੁਰਬਾਣੀ ਦੇ ਅੰਦਰ ਹਰ ਇੱਕ ਸ਼ਬਦ ਦੇ ਵਿੱਚ ਰਹਾਉ ਦੀ ਇੱਕ ਤੁਕ ਆਉਂਦੀ। ਠੀਕ, ਰਹਾਉ ਦਾ ਅਰਥ ਹੁੰਦਾ ਹੈ ਠਹਿਰਾ ਜੀ, ਰੁਕਣਾ, ਕਿ ਜਿਹੜੀਆਂ 2 ਪੰਕਤੀਆਂ ਰਹਾਉ ਤੋਂ ਪਹਿਲਾਂ ਆਈਆਂ ਨੇ ਇਹਨਾਂ ਤੇ ਰੁਕੋ। ਠੀਕ, ਇਹਨਾਂ ਤੇ ਧਿਆਨ ਦਿਓ, ਕਿਉਂਕਿ ਇਹਨਾਂ ਦੇ ਵਿੱਚ ਜਿਹੜੀ ਗੱਲ ਕਹੀ ਜਾ ਰਹੀ ਹੈ ਉਹ ਪੂਰੇ ਸ਼ਬਦ ਦਾ ਕੇਂਦਰੀ ਭਾਵ ਹੈ। ਠੀਕ, ਜਦੋਂ ਵੀ ਵਿਦਵਾਨ ਅਰਥ ਕਰਦੇ ਨੇ ਗੁਰਬਾਣੀ ਦੇ, ਤੇ ਉਹ ਸਭ ਤੋਂ ਪਹਿਲਾਂ ਰਹਾਉ ਵਾਲੀ ਪੰਕਤੀ ਨੂੰ ਲੈਂਦੇ ਨੇ ਜੀ, ਤੇ ਉਹਦੇ ਨਾਲ ਬਾਕੀ ਸ਼ਬਦ ਨੂੰ ਸਮਝਣਾ ਬਹੁਤ ਸੌਖਾ ਹੋ ਜਾਂਦਾ। ਠੀਕ, ਕਿਉਂਕਿ ਮੁੱਖ ਸਾਰ ਜੋ ਹੈ ਉਹ ਰਹਾਉ ਚ ਆ ਜਾਂਦਾ। ਬਿਲਕੁਲ, ਜਦੋਂ ਆਪਾਂ ਉਸ ਪੰਕਤੀ ਨੂੰ ਸਮਝ ਲਵਾਂਗੇ ਤੇ ਬਾਕੀ ਜਿਹੜੀਆਂ ਪੰਕਤੀਆਂ ਨੇ ਉਹ ਉਸੇ ਸ਼ਬਦ ਪੰਕਤੀ ਦੀਆਂ ਵਿਆਖਿਆ ਕਰਦੀਆਂ। ਠੀਕ, ਤੇ ਇਸੇ ਤਰ੍ਹਾਂ ਜਦੋਂ ਆਪਾਂ ਇਸ ਸ਼ਬਦ ਦੇ ਵਿੱਚੋਂ ਦੇਖ ਲਵਾਂਗੇ ਕਿ ਬਾਬਾ ਜੈ ਘਰ ਕਰਤੇ ਕੀਰਤ ਹੋਏ, ਹੁਣ ਜਿਸ ਘਰ ਦੇ ਵਿੱਚ ਉਸ ਪ੍ਰਮਾਤਮਾ ਦੀ ਕੀਰਤੀ ਹੁੰਦੀ, ਉਹਨੂੰ ਕੀ ਕਰਨਾ ਚਾਹੀਦਾ? ਸੋ ਘਰ ਰਾਖ ਵਡਾਈ ਤੋਏ, ਉਸ ਨੂੰ ਸੰਭਾਲਣਾ ਚਾਹੀਦਾ। ਹੁਣ ਸੰਭਾਲਣਾ ਕੀ ਹੈ? ਤੇ ਅਗਲੀ ਪਹਿਲੇ ਬੰਦ ਅੰਦਰ ਗੁਰੂ ਨਾਨਕ ਸਾਹਿਬ ਜੀ ਨੇ ਆਖਿਆ 6 ਘਰ 6 ਗੁਰ 6 ਉਪਦੇਸ਼। ਹੁਣ ਲਿਖਣ ਵਾਲੇ ਅਲੱਗ-ਅਲੱਗ ਬੰਦੇ ਨੇ, ਜਿਹੜੇ ਉਹਨਾਂ ਨੇ ਗੱਲਾਂ ਲਿਖੀਆਂ ਉਹ ਅਲੱਗ-ਅਲੱਗ ਨੇ ਜੀ, ਉਪਦੇਸ਼ ਉਹਨਾਂ ਦੇ ਵਿੱਚ ਅਲੱਗ ਮਿਲਦਾ। ਸ਼ਾਸਤਰਾਂ ਦੇ ਵਿੱਚ ਉਹਨਾਂ ਨੂੰ ਲਿਖਣ ਵਾਲੇ ਅਲੱਗ, ਉਹਨਾਂ ਦੇ ਵਿੱਚੋਂ ਮਿਲਣ ਵਾਲਾ ਉਪਦੇਸ਼ ਅਲੱਗ, ਪਰ ਹੁਣ ਇੱਕ ਉਹਨਾਂ ਦੇ ਵਿੱਚ ਸਮਾਨਤਾ ਕੀ ਹੈ? ਗੁਰੂ ਨਾਨਕ ਸਾਹਿਬ ਆਖਦੇ ਨੇ ਗੁਰ ਗੁਰ ਏਕੋ ਵੇਸ ਅਨੇਕ, ਬਸ ਗੱਲ ਇੱਕੋ ਕੀਤੀ ਗਈ ਰੱਬ ਦੀ ਜੀ, ਗੱਲ ਇੱਕੋ ਰੱਬ ਦੀ ਕੀਤੀ ਗਈ। ਕਿਸੇ ਨੇ ਆਪਣੇ ਤਰੀਕੇ ਨਾਲ ਕਰ ਦਿੱਤੀ, ਕਿਸੇ ਨੇ ਆਪਣੇ ਤਰੀਕੇ ਨਾਲ ਕਰ ਦਿੱਤੀ। ਕਪਲ ਨੇ ਆਪਣੇ ਤਰੀਕੇ ਨਾਲ ਕਰ ਦਿੱਤੀ, ਤੇ ਮੀਮਾਂਸਾ ਦੇ ਵਿੱਚ ਉਹਨਾਂ ਨੇ ਹੋਰ ਤਰੀਕੇ ਨਾਲ ਕਰ ਦਿੱਤੀ। ਗੌਤਮ ਨੇ ਆਪਣੇ ਤਰੀਕੇ ਨਾਲ ਕਰ ਦਿੱਤੀ, ਪਤੰਜਲੀ ਨੇ ਆਪਣੇ ਤਰੀਕੇ ਨਾਲ ਕਰ ਦਿੱਤੀ। ਗੱਲ ਸਿਰਫ ਰੱਬ ਦੀ ਹੋਈ। ਇਸ ਲਈ ਗੁਰੂ ਨਾਨਕ ਸਾਹਿਬ ਆਖਦੇ ਜੈ ਘਰ, ਜਿਸ ਘਰ ਦੇ ਵਿੱਚ ਕਰਤੇ ਦੀ ਕੀਰਤੀ ਹੁੰਦੀ, ਚਾਹੇ ਕੋਈ ਹਿੰਦੂ ਦੇ ਘਰ ਦੇ ਵਿੱਚ ਹੁੰਦੀ ਹੋਵੇ, ਚਾਹੇ ਕਿਸੇ ਮੁਸਲਮਾਨ ਦੇ ਘਰ ਦੇ ਵਿੱਚ ਹੁੰਦੀ ਹੋਵੇ, ਕੀਰਤੀ ਤੇ ਪ੍ਰਮਾਤਮਾ ਦੀ ਹੁੰਦੀ, ਚਾਹੇ ਕੋਈ ਵੀ ਕਰਦਾ ਹੋਵੇ ਜੀ। ਇਸ ਲਈ ਉਸ ਨੂੰ ਸੰਭਾਲ, ਉਹਦੇ ਤੋਂ ਨਫ਼ਰਤ ਕਰਨ ਦੀ ਬਜਾਏ ਉਹਨੂੰ ਸੰਭਾਲ, ਉਹਨੂੰ ਸਮਝ ਵੀ, ਕਿਉਂਕਿ ਗੱਲ ਤੇ ਰੱਬ ਦੀ ਹੋ ਰਹੀ ਹੈ, ਕਿਸੇ ਬੰਦੇ ਦੀ ਗੱਲ ਨਹੀਂ ਹੋ ਰਹੀ। ਕੋਈ ਰਾਮ ਕਹਿ ਕੇ ਉਹਨੂੰ ਚੇਤੇ ਕਰ ਰਿਹਾ, ਕੋਈ ਅੱਲਾਹ ਕਹਿ ਕੇ ਕਰ ਰਿਹਾ। ਰਸਤਾ ਵੱਖਰਾ ਹੋ ਸਕਦਾ ਹੈ ਪਰ ਮੰਜ਼ਿਲ ਜਿਹੜੀ ਉਹ ਇੱਕੋ ਹੀ ਹੈ। ਇਸ ਬਾਰੇ ਜੀ ਅੱਗੇ ਗੁਰੂ ਸਾਹਿਬ ਕੀ ਕਹਿੰਦੇ ਨੇ ਅਗਲੇ ਹਫ਼ਤੇ ਅਸੀਂ ਸਾਂਝ ਪਾਵਾਂਗੇ। ਤੁਹਾਡਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਦੇ ਨਾਲ ਹੀ ਪ੍ਰੋਗਰਾਮ ਦੀ ਕਰਦੇ ਹਾਂ ਜੀ ਇੱਥੇ ਹੀ ਸਮਾਪਤੀ। ਸੋਹਿਲਾ ਦੀ ਬਾਣੀ ਦੀ ਜੋ ਵਿਆਖਿਆ ਹੈ ਉਸ ਦੇ ਸ਼ੇਅਰ ਕਰ ਰਹੇ ਨੇ ਤੁਹਾਡੇ ਨਾਲ ਭਾਈ ਸਾਹਿਬ ਭਾਈ ਬਲਜੀਤ ਸਿੰਘ ਤਲਵਨ। ਇਸ ਬਾਰੇ ਤੁਹਾਡੇ ਕੋਲ ਕੋਈ ਸਵਾਲ ਹੋਏ ਤਾਂ ਸਾਡੇ ਨਾਲ ਜ਼ਰੂਰ ਸੰਪਰਕ ਕਰਨਾ 604 603 7555 ਜਾਂ ਫਿਰ ਈਮੇਲ ਰਾਹੀਂ harpreet@akaltv.com। ਕਿਸੇ ਵਜ੍ਹਾ ਨਾਲ ਇਹ ਪ੍ਰੋਗਰਾਮਸ ਤੁਸੀਂ ਨਹੀਂ ਦੇਖ ਸਕਦੇ ਤਾਂ youtube.com/harpreet singh show ਤੇ ਵੀ ਜਾ ਕੇ ਦੇਖ ਸਕਦੇ ਹੋ। ਫਿਰ ਮੁਲਾਕਾਤ ਕਰਾਂਗੇ, ਤਦ ਤੱਕ ਗੁੱਡ ਬਾਏ।